ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਦਿੱਲੀ ਦੇ ਲਾਲ ਕਿਲੇ ਦੇ ਉੱਪਰ 400 ਸਾਲਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। 2 ਦਿਨ ਸਮਾਗਮ ਚੱਲਿਆ ਔਰ ਦੋਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਉੱਥੇ ਹਾਜ਼ਰੀਆਂ ਭਰੀਆਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਪਹਿਲੇ ਦਿਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਵੀ ਉੱਥੇ ਹਾਜ਼ਰੀ ਭਰੀ ਸੀਗੀ। ਅਮਿਤ ਸ਼ਾਹ ਹੋਰਾਂ ਨੇ ਜਦੋਂ ਉੱਥੇ ਹਾਜ਼ਰੀ ਭਰੀ ਹੈ ਤਾਂ ਉਦੋਂ ਉਹਨਾਂ ਨੇ ਬੋਲਦਿਆਂ ਹੋਇਆ ਜੋ ਕੁਝ ਵੀ ਆਖਿਆ ਸੀਗਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਹਨਾਂ ਨੇ ਇੱਕ ਦੇਸ਼ ਭਗਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਕੇਵਲ ਇੱਕ ਦੇਸ਼ ਭਗਤ। ਸੋ ਉਹਦੇ ਬਾਬਤ ਆਪਾਂ ਗੱਲਬਾਤ ਕੀਤੀ ਸੀਗੀ। ਬੀਤੀ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਉੱਥੇ ਸੰਗਤ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕੀ ਕੁਝ ਆਖਿਆ, ਮੈਂ ਤੁਹਾਡੇ ਨਾਲ ਉਹ ਗੱਲਾਂ ਕੁਝ ਸਾਂਝੀਆਂ ਕਰਨੀਆਂ ਨੇ ਔਰ ਮੈਂ ਤੁਹਾਡੇ ਨਾਲ ਇੱਕ ਖਾਸ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਉੱਧਰਲੇ ਬੰਨੇ ਨੂੰ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ, ਬੜੀ ਬਰੀਕੀ ਦੇ ਨਾਲ ਦੇਖਿਓ ਸਾਰੀਆਂ ਘਟਨਾਵਾਂ ਨੂੰ। ਜੋ ਕੁਝ ਵੀ ਹੁੰਦਾ ਹੈਗਾ ਸਾਨੂੰ ਦੇਖਣਾ ਚਾਹੀਦਾ, ਆਪਣੀ ਬਾਜ਼ ਅੱਖ ਰੱਖਣੀ ਚਾਹੀਦੀ ਆ। ਤੁਸੀਂ ਦੇਖੋ, ਸ਼ਾਇਦ ਤੁਹਾਨੂੰ ਵੀ ਇਹ ਲੱਗਣ ਲੱਗੂਗਾ ਜਿੱਦਾਂ ਮੇਰੇ ਦਿਮਾਗ ਵਿੱਚ ਗੱਲ ਘੁੰਮ ਰਹੀ ਹੈ ਕਿ ਸੰਗਤ ਦਾ ਪੈਸਾ, ਠੀਕ ਆ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦਾ ਇਕੱਤਰ ਕੀਤਾ ਹੋਇਆ ਪੈਸਾ ਜਿਹੜਾ ਸੀ ਉਹਦੇ ਨਾਲ ਮਨਾਇਆ ਗਿਆ ਇਹ 2 ਰੋਜ਼ਾ ਸਮਾਗਮ। ਔਰ ਨਾਮ ਕਿਹਦਾ ਭਲਾ ਵੀ ਭਾਰਤ ਸਰਕਾਰ ਕਰਵਾ ਰਹੀ ਹੈ। ਸਿੱਖਾਂ ਦੇ ਪੈਸੇ ਦੇ ਨਾਲ ਭਾਰਤ ਦੀ ਸਰਕਾਰ ਨੇ 400 ਸਾਲਾ ਇਹ ਮਨਾਇਆ। ਪਹਿਲਾਂ 300 ਸਾਲਾ ਇੱਕ ਵਾਰੀ ਮਨਾਇਆ ਗਿਆ ਸੀਗਾ, ਤੁਹਾਨੂੰ ਚੇਤੇ ਹੋਊਗਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ 300 ਸਾਲਾ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਗਿਆ ਸੀਗਾ। ਅਤੇ ਉਸ ਵੇਲੇ ਵੀ ਜਿਹੜਾ ਮੋਟਾ ਰੁਪਈਆ ਸੀਗਾ ਕਿਹਨੇ ਦਿੱਤਾ, ਕਿਹਨੂੰ ਦਿੱਤਾ, ਕਿਹਨਾਂ ਕੰਮਾਂ ਦੇ ਉੱਪਰ ਖਰਚ ਹੋਇਆ, ਉਹ ਵੀ ਆਪਾਂ ਸਾਰੇ ਭਲੀ ਭਾਂਤ ਜਾਣਦੇ ਹੈਗੇ ਹਾਂ। ਖਾਲਸਾ ਪੰਥ ਦਾ ਸੁਚੇਤ ਵਰਗ ਉਹਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈਗਾ। ਸੋ ਹੁਣ 400 ਸਾਲਾ ਜਿਹੜਾ ਮਨਾਇਆ ਗਿਆ ਹੈਗਾ, ਪੈਸਾ ਸਿੱਖਾਂ ਦਾ, ਤੁਹਾਡਾ ਪੈਸਾ, ਮੈਂ ਸਿੱਖ ਭਾਈਚਾਰੇ ਨੂੰ ਕਹਿਣਾ। ਔਰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਸਰਕਾਰੀ ਲੁਕਵੀਂ ਭਗਵੀਂ ਖੇਡ ਖੇਡੀ ਹੈ, ਉੱਧਰਲੇ ਬੰਨੇ ਨੂੰ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਤੁਹਾਡੀ ਸਕਰੀਨ ਦੇ ਉੱਪਰ ਮੈਂ ਤੁਹਾਨੂੰ 2 ਫੋਟੋਆਂ ਦਿਖਾਉਣਾ ਲਾਗੇ ਕਰਕੇ, ਤੁਸੀਂ ਉਹਨਾਂ ਫੋਟੋਆਂ ਨੂੰ ਦੇਖਿਓ ਧਿਆਨ ਦੇ ਨਾਲ। ਆਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਲਾਲ ਕਿਲੇ ਦੀ ਫੋਟੋ ਆ ਜਿੱਥੇ ਸਮਾਗਮ ਹੋ ਕੇ ਹਟਿਆ ਹੈਗਾ 400 ਸਾਲਾ। ਤੁਸੀਂ ਇਸ ਫੋਟੋ 'ਚ ਧਿਆਨ ਦੇ ਨਾਲ ਦੇਖੋ। ਬਹੁਤਿਆਂ ਨੇ ਹੋ ਸਕਦਾ ਧਿਆਨ ਦਿੱਤਾ ਹੋਊਗਾ ਅਤੇ ਕਈਆਂ ਨੇ ਹੋ ਸਕਦਾ ਧਿਆਨ ਨਾ ਦਿੱਤਾ ਹੋਵੇ। ਇੱਥੇ ਤੁਹਾਨੂੰ ਜਿਹੜਾ ਬਾਬਰੀ ਮਸਜਿਦ ਨੂੰ ਢਾਉਣ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ, ਤੁਹਾਨੂੰ ਉਹ ਸ਼ਾਇਦ ਨਜ਼ਰ ਆਊਗਾ ਇਹਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਭਗਵਾਂ ਝੰਡਾ ਜਿਹੜਾ ਹੈਗਾ ਤੁਹਾਨੂੰ ਉਹ ਵੀ ਨਜ਼ਰ ਆਊਗਾ। ਧਿਆਨ ਦੇ ਨਾਲ ਦੇਖਿਓ, ਨਾਲ ਦੱਸਿਓ ਕਮੈਂਟ ਕਰਕੇ ਕਿ ਕੀ ਤੁਹਾਨੂੰ ਇਹ ਪਿੱਛੇ ਦਾ ਜੋ ਵੀ ਨਜ਼ਾਰਾ ਹੈਗਾ ਆ ਇਹਨਾਂ ਫੋਟੋਆਂ ਦੇ ਵਿੱਚ, ਕੀ ਤੁਹਾਨੂੰ ਇੱਥੇ ਖਾਲਸਾਈ ਨਿਸ਼ਾਨ ਸਾਹਿਬ ਵੀ ਨਜ਼ਰ ਆ ਰਿਹਾ ਹੈ? ਜੇ ਆ ਰਿਹਾ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਹਾਂ ਵੀ ਸੱਜਣਾ ਆ ਰਿਹਾ ਹੈ ਨਜ਼ਰ। ਖੈਰ, ਜੇ ਆ ਵੀ ਰਿਹਾ ਹੋਵੇ ਤੇ ਤਦ ਵੀ ਆਹ ਸਾਰਾ ਕੁਝ ਇੱਕ ਕਿਸ ਕਿਸਮ ਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਦੀ ਹਜ਼ੂਰੀ ਵਿੱਚ, ਸਿੱਖ ਸੰਗਤਾਂ ਦੀ ਹਾਜ਼ਰੀ ਦੇ ਵਿੱਚ। ਔਰ ਕੌਮ ਦੇ ਜਿਹੜੇ ਆਪਣੇ ਆਪ ਨੂੰ ਵੱਡੇ ਚੁਣੇ ਹੋਏ ਨੁਮਾਇੰਦੇ, ਸਿੱਖ ਜਮਾਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਛੋਟੇ ਤੋਂ ਲੈ ਕੇ ਵੱਡੇ ਨੁਮਾਇੰਦੇ ਸਾਰੇ ਉੱਥੇ ਮੌਕੇ 'ਤੇ ਹਾਜ਼ਰ ਸੀਗੇ, ਕੋਈ ਵੀ ਨਹੀਂ ਬੋਲਦਾ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬੋਲਦਿਆਂ ਹੋਇਆ ਜੋ ਕੁਝ ਆਖਿਆ ਹੈਗਾ ਉਹ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਇੱਕ ਭਗਵੀਂ ਖੇਡ ਤੁਹਾਡੇ ਸਿੱਖਾਂ ਦੇ ਪੈਸੇ ਦੇ ਨਾਲ ਹੀ ਖੇਡੀ ਜਾ ਰਹੀ ਹੈਗੀ ਆ। ਕੋਈ ਵੀ ਸੱਜਣ, ਮੈਨੂੰ ਕਈ ਸੱਜਣ ਨਾਲ ਇਤਰਾਜ਼ ਕਰਦੇ ਆ ਵੀ ਤੁਸੀਂ ਸ਼ਾਇਦ 2 ਫਿਰਕਿਆਂ ਦੇ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਆ। ਮੈਂ ਬੇਨਤੀ ਕਰਾਂ, ਨਫ਼ਰਤ ਫੈਲਾਉਣ ਦਾ ਕੰਮ ਨਹੀਂ ਕਰਦੇ ਹੈਗੇ ਆਪਾਂ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਲਾਗੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਕੱਲ੍ਹ ਨੂੰ ਤਾਂ ਉਹ ਬੰਦੇ ਕਹਿਣਗੇ ਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਨਫ਼ਰਤ ਫੈਲਾਉਣ ਨਾ, ਗੁਰੂ ਸਾਹਿਬ ਜੀ ਨੇ ਕਿਸੇ ਵੀ ਧਰਮ ਦਾ ਨਾਮ ਲੈ ਕੇ ਜ਼ਿਕਰ ਕੀਤਾ ਹੈਗਾ ਜਿੱਥੇ ਗੁਰਬਾਣੀ ਵਿੱਚ, ਉੱਥੇ ਨਾਲ ਇਹ ਗੱਲ ਆਖੀ ਆ ਗੁਰੂ ਸਾਹਿਬ ਜੀ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਨਾ ਹਿੰਦੂ ਨਾ ਮੁਸਲਮਾਨ। ਗੁਰਬਾਣੀ ਵਿੱਚ ਉੱਥੇ ਜਿੱਥੇ ਉਹਨਾਂ ਦੇ ਧਰਮਾਂ ਦੇ ਵਿੱਚ ਊਣਤਾਈਆਂ ਆ ਗਈਆਂ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹੋ, ਲੇਕਿਨ ਜਿਹੜੀਆਂ ਤੁਹਾਡੇ ਧਰਮ ਦੇ ਵਿੱਚ ਗਿਰਾਵਟਾਂ ਆ ਚੁੱਕੀਆਂ ਨੇ, ਤੁਹਾਡੇ ਕਰਮਾਂ ਦੇ ਵਿੱਚ, ਧਰਮ 'ਚ ਕੋਈ ਕਦੀ ਗਿਰਾਵਟ ਨਹੀਂ ਹੁੰਦੀ ਹੈਗੀ, ਮਾफ़ ਕਰਨਾ ਸ਼ਾਇਦ ਮੇਰੇ ਕੋਲੋਂ ਲਫ਼ਜ਼ ਕੁਛ ਇੱਦਾਂ ਨਿਕਲ ਗਿਆ, ਕਿਸੇ ਨੂੰ ਇਤਰਾਜ਼ ਹੋਵੇ ਤਾਂ ਮੈਂ ਸੌਰੀ ਫੀਲ ਕਰਦਾ। ਧਰਮ ਦੇ ਵਿੱਚ ਕੋਈ ਗਿਰਾਵਟ ਨਹੀਂ ਹੁੰਦੀ ਹੈਗੀ। ਧਰਮ ਕਿਹੜਾ ਹੁੰਦਾ ਭਲਾ? ਧਰਮ ਸਾਡਾ ਸਾਰਿਆਂ ਦਾ ਇੱਕੋ ਹੀ ਆ ਭਲਾ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਚੰਗੇ ਕੰਮ ਕਰਨੇ ਅਤੇ ਪ੍ਰਮਾਤਮਾ ਦਾ ਨਾਮ ਜਪਣਾ, ਇਹ ਧਰਮ ਆ। ਸਾਰੀ ਮਨੁੱਖਤਾ ਦਾ ਧਰਮ ਇਹ ਹੀ ਹੈ। ਔਰ ਜਿਹੜੀਆਂ ਵੱਖ-ਵੱਖ ਕੌਮਾਂ ਨੇ, ਸਿੱਖ ਕੌਮ ਹੈ ਜਾਂ ਹੋਰ ਜਿੰਨੀਆਂ ਵੀ ਕੌਮਾਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਅੱਗੇ ਪੈਰੋਕਾਰ ਹੁੰਦੇ ਨੇ, ਜਿਹੜੇ ਉਹਨਾਂ ਦੇ ਸਿੱਖ ਸੇਵਕ ਹੁੰਦੇ ਨੇ, ਜਿੱਦਾਂ ਆਪਾਂ ਵੀ ਹਾਂ, ਸਾਡੇ ਵਿੱਚ ਕਈ ਵਾਰ ਗਿਰਾਵਟਾਂ ਆ ਜਾਂਦੀਆਂ ਵੀ ਸਾਨੂੰ ਕੋਈ ਆ ਕੇ ਸਮਝਾਉਂਦਾ ਕਿ ਭਾਈ ਤੁਹਾਡੇ ਵਿੱਚ ਭਲਿਓ ਆ ਗਿਰਾਵਟਾਂ ਆ ਗਈਆਂ ਨਾ, ਗਿਰਾਵਟਾਂ ਨੂੰ ਤੁਸੀਂ ਦੂਰ ਕਰ ਲਓ। ਸੋ ਗੁਰਬਾਣੀ ਵਿੱਚ ਵੀ ਉਹੀ ਚੀਜ਼ਾਂ ਆ। ਉੱਥੇ ਮਤਲਬ ਇਹ ਨਹੀਂ ਹੈਗਾ ਕਿ ਕੋਈ ਨਫ਼ਰਤ ਫੈਲਾ ਰਿਹਾ। ਅਸੀਂ ਵੀ ਇਹ ਗੱਲ ਕਹਿੰਦੇ ਹਾਂ, ਹਿੰਦੂ ਭਾਈਚਾਰੇ ਦੇ ਜਿਹੜੇ ਸੱਜਣ ਹੈਗੇ ਆ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ, ਉਹਨਾਂ ਨੂੰ ਰਹਿਣਾ ਚਾਹੀਦਾ ਆ।
ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ, ਸਿੱਖ ਧਰਮ ਦੇ ਪੈਰੋਕਾਰਾਂ ਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ। ਤਾਂ ਹੀ ਫਿਰ ਇਹ ਗੱਲ ਇੱਦਾਂ ਬਣਦੀ ਆ ਨਾ ਕਿ ਆਪਾਂ ਜਿਹਨੂੰ ਕਹਿੰਦੇ ਆ ਕਿ ਵੱਖ-ਵੱਖ ਧਰਮਾਂ ਵੱਖ-ਵੱਖ ਫਿਰਕਿਆਂ ਦੇ ਲੋਕ ਇਕੱਠੇ ਹੀ ਰਹਿੰਦੇ ਆ ਕਿਸੇ ਮੁਲਕ ਦੇ ਵਿੱਚ। ਇਹ ਗੱਲ ਤਾਂ ਹੀ ਬਣਦੀ ਆ ਨਾ ਕਿ ਇੱਕ ਫੁਲਵਾੜੀ ਜਿਹੜੀ ਆ ਵੀ ਕਿੰਨੇ ਵਧੀਆ ਤਰੀਕੇ ਦੇ ਨਾਲ ਵਿਚਾਰਧਾਰਾ ਦਾ ਵਖਰੇਵਾਂ ਹੋਣ ਦੇ ਬਾਵਜੂਦ ਵੀ ਸਾਰੇ ਇੱਕ ਮੁਲਕ ਦੇ ਵਿੱਚ ਜਾਂ ਇਸ ਧਰਤੀ ਦੇ ਉੱਪਰ ਸਾਰੇ ਇਕੱਠੇ ਰਹਿੰਦੇ ਆ ਪ੍ਰੇਮ ਪਿਆਰ ਦੇ ਨਾਲ। ਸੋ ਗੱਲ ਇਹ ਹੁੰਦੀ ਆ, ਨਫ਼ਰਤ ਫੈਲਾਉਣ ਦੀ ਗੱਲ ਨਹੀਂ ਹੈਗੀ। ਇੱਕ ਸੱਜਣ ਸ਼ਾਇਦ ਮਾਨਸੇ ਵੱਲ ਰਹਿੰਦੇ ਆ, ਮੈਨੂੰ ਅਕਸਰ ਫੋਨ ਕਰਦੇ ਹੁੰਦੇ ਆ ਵੀਡੀਓ ਸੁਣਨ ਦੇਖਣ ਤੋਂ ਬਾਅਦ। ਪਰ ਮੇਰਾ ਖਿਆਲ ਕੱਲ੍ਹ ਵੀ ਫੋਨ ਆਇਆ ਸੀਗਾ ਉਹਨਾਂ ਦਾ, ਅਮਿਤ ਸ਼ਾਹ ਹੋਰਾਂ ਦੇ ਸੰਬੰਧ ਵਿੱਚ ਮੈਂ ਗੱਲਬਾਤ ਕੀਤੀ ਸੀਗੀ। ਉਹ ਮੈਨੂੰ ਅਕਸਰ ਇਹ ਗੱਲ ਕਹਿੰਦੇ ਹੁੰਦੇ ਆ ਕਿ ਸੱਜਣਾ ਮੈਂ ਤੇਰੀ ਗੱਲਬਾਤ ਸੁਣੀ, ਉਹਦੇ ਵਿੱਚ ਠੀਕ ਆ ਵਧੀਆ ਸੀ ਗੱਲਬਾਤ, ਕੁਛ ਗੱਲਾਂ ਚੰਗੀਆਂ ਲੱਗੀਆਂ, ਵੀ ਕੁਛ ਗੱਲਾਂ 'ਤੇ ਮੈਨੂੰ ਇਤਰਾਜ਼ ਵਾ। ਇੱਦਾਂ ਮੈਨੂੰ ਕਹਿੰਦੇ ਹੁੰਦੇ ਆ, ਉਹ ਮੈਨੂੰ ਬਹੁਤ ਚੰਗੇ ਲੱਗਦੇ ਆ ਉਹ ਜਦੋਂ ਕਹਿੰਦੇ ਕਿ ਮੈਨੂੰ ਕੁਛ ਗੱਲਾਂ 'ਤੇ ਇਤਰਾਜ਼ ਵਾ। ਫਿਰ ਜਿਹੜੀਆਂ ਉਹਨਾਂ ਨੂੰ ਦੋ ਕੁ ਗੱਲਾਂ 'ਤੇ ਉੱਪਰ ਇਤਰਾਜ਼ ਹੁੰਦਾ ਆ, ਫਿਰ ਆਪਾਂ ਦੋਨੇ ਜਣੇ ਉਹਨੂੰ ਡਿਸਕਸ ਕਰਦੇ ਹੁੰਦੇ ਆ। ਸੋ ਚਲੋ ਖੈਰ ਜੋ ਵੀ ਹੈਗਾ, ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਨਹੀਂ ਚਾਹੁੰਦੇ ਹੈਗੇ ਕਿ ਫਿਰ ਦੋ ਧਰਮਾਂ ਦੇ ਵਿੱਚ ਕੋਈ ਨਫ਼ਰਤ ਪੈਦਾ ਹੋਵੇ, ਲੇਕਿਨ ਇੱਕ ਕਮਿਊਨਿਟੀ ਦੀ ਅੱਡਰੀ ਅਤੇ ਨਿਆਰੀ ਹੋਂਦ ਹਸਤੀ ਨੂੰ ਦੂਜੀ ਕਮਿਊਨਿਟੀ ਵਾਲੇ ਇੱਦਾਂ ਨਿਗਲ ਜਾਣ ਜੇ, ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਮਾਂ ਹੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈਗਾ, ਨਾ ਕਰਨਾ ਚਾਹੀਦਾ ਹੈਗਾ। ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਧਰਮ ਦੇ ਮੁਤਾਬਕ ਬ੍ਰਾਹਮਣਵਾਦ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਬ੍ਰਾਹਮਣਵਾਦ ਦਾ ਗੁਰੂ ਸਾਹਿਬ ਜੀ ਨੇ ਡਟ ਕੇ ਖੰਡਨ ਕੀਤਾ ਹੋਇਆ, ਸਵੀਕਾਰ ਨਹੀਂ ਕੀਤਾ ਹੈਗਾ। ਔਰ ਦੂਜੇ ਬੰਨੇ ਗੁਰੂ ਸਾਹਿਬ ਜੀ ਦੀ ਤੁਸੀਂ ਦਿਆਲਤਾ ਦੇਖੋ ਕਿੱਡੀ ਵੱਡੀ ਹੈਗੀ ਆ। ਜੇ ਉਸ ਧਰਮ ਦੇ ਲੋਕ ਜਿਸ ਧਰਮ ਦੀ ਆਈਡੀਓਲੋਜੀ ਨੂੰ ਗੁਰੂ ਸਾਹਿਬ ਜੀ ਸਵੀਕਾਰ ਨਹੀਂ ਕਰਦੇ, ਪਰ ਉਹਨਾਂ ਦੇ ਉੱਪਰ ਜੇ ਕੋਈ ਵਿਪਤਾ ਆਉਂਦੀ ਹੈ, ਉਹਨਾਂ ਨੂੰ ਟਾਰਗੇਟ ਕਰਕੇ ਜੇ ਕੋਈ ਉਹਨਾਂ ਦਾ ਕਤਲੇਆਮ ਕਰਦਾ, ਤਾਂ ਗੁਰੂ ਸਾਹਿਬ ਜੀ ਹਿੱਕ ਤਾਣ ਕੇ ਮੂਹਰੇ ਆ ਕੇ ਖੜ੍ਹ ਜਾਂਦੇ ਆ ਔਰ ਸ਼ਹਾਦਤ ਦਾ ਜਾਮ ਪੀਂਦੇ ਆ। ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਆਪਣਾ ਸੀਸ ਤੱਕ ਵੀ ਕਟਵਾ ਲੈਂਦੇ ਆ। ਹੁਣ ਜਿਨ੍ਹਾਂ ਦੇ ਵਾਸਤੇ ਕੁਰਬਾਨੀ ਕੀਤੀ ਆ, ਮੈਂ ਬੜੇ ਦੁਖੀ ਮਨ ਦੇ ਨਾਲ ਕਹਿ ਰਿਹਾ, ਉਹਨਾਂ ਨੂੰ ਚਾਹੀਦਾ ਤਾਂ ਹੈਗਾ ਵੀ ਸ਼ੁਕਰਾਨਾ ਕਰਨਾ, ਕਰਦੇ ਵੀ ਨੇ ਸ਼ੁਕਰਾਨਾ, ਐਡੀ ਵੀ ਗੱਲ ਨਹੀਂ ਹੈਗੀ। ਸ਼ੁਕਰਾਨਾ ਕਰਨ ਵਾਲੇ ਸ਼ੁਕਰਾਨਾ ਕਰਦੇ ਆ, ਪਰ ਮੈਂ ਤੇ ਆ ਜਿਹੜੀ ਭਗਵੀਂ ਖੇਡ ਖੇਡੀ ਜਾ ਰਹੀ ਆ ਹਿੰਦ ਹਕੂਮਤ ਦੇ ਵੱਲੋਂ, ਸਰਕਾਰ ਦੇ ਵੱਲੋਂ, ਮੈਂ ਬੜਾ ਚਿੰਤਾ ਵਿੱਚ ਵੀ ਹੈਗਾ ਔਰ ਮੈਂ ਬਹੁਤ ਜ਼ਿਆਦਾ ਹੈਰਾਨ ਵੀ ਹੈਗਾ ਵੀ ਤੁਸੀਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਸ਼ੁਕਰਾਨਾ ਕਰਨ ਦੀ ਬਜਾਏ ਉਲਟਾ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਕੇ ਉਹਨਾਂ ਨੂੰ ਦੇਸ਼ ਭਗਤ ਸਾਬਤ ਕਰਨ 'ਤੇ ਲੱਗੇ ਹੋਏ ਆ। ਇਹ ਸਾਬਤ ਕਰਨ 'ਤੇ ਲੱਗੇ ਹੋਏ ਆ ਕਿ ਉਹਨਾਂ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਰਤ ਕੀ ਸੰਸਕ੍ਰਿਤੀ, ਭਾਰਤ ਦੇ ਸੱਭਿਆਚਾਰ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੇ ਮਹਾਨ ਕੁਰਬਾਨੀ ਕੀ। ਮਤਲਬ ਇੱਥੇ ਕੁਰਬਾਨੀ ਆ, ਇੱਥੇ ਲਿਆ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਲਾ ਸਿੱਖ ਕੌਮ ਬਰਦਾਸ਼ਤ ਕਰਨ ਨੂੰ ਤਿਆਰ ਹੈ? ਮੈਂ ਸਵਾਲ ਕਰਦਾ ਸਿੱਖ ਕੌਮ ਨੂੰ। ਹੁਣ ਨਰਿੰਦਰ ਮੋਦੀ ਹੋਰਾਂ ਨੇ ਕੱਲ੍ਹ ਉੱਥੇ ਭਾਸ਼ਣ ਕਰਦਿਆਂ ਹੋਇਆਂ ਉੱਥੇ ਉਹਨਾਂ ਨੇ ਵੀ ਇੱਦਾਂ ਦੀਆਂ ਗੱਲਾਂ ਕੀਤੀਆਂ ਨੇ ਸਾਰੀਆਂ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਇੱਥੇ ਹੈ, ਪੂਰੀ ਮਾਨਵਤਾ ਨੂੰ ਕਲਾਵੇ ਵਿੱਚ ਲੈਣ ਵਾਲੀ, ਉਹਨਾਂ ਨੂੰ ਇੱਕ ਦੇਸ਼ ਜਾਂ ਇੱਕ ਖਿੱਤੇ ਤੱਕ ਜਿੱਦਾਂ ਕਹਿ ਲਓ ਪਈ ਉਹਨੂੰ ਰੱਖ ਕੇ ਤੇ ਪੇਸ਼ ਕਰਨਾ, ਇੱਦਾਂ ਦੀ ਖੇਡ ਉਹਨਾਂ ਵੱਲੋਂ ਖੇਡੀ ਗਈ ਹੈ। ਔਰ ਪੂਰੇ ਵਰਲਡ ਵਿੱਚ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਸਿੱਖ ਤੇ ਹਿੰਦੂ ਦੇਖੋ ਦੋ ਅੱਡ ਕੌਮਾਂ ਦੀ ਵਿਚਾਰਧਾਰਾ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਅਲੱਗ ਹੁੰਦੀ ਹੈ, ਵਿਚਾਰਧਾਰਾ ਦਾ ਵਖਰੇਵਾਂ ਹੁੰਦਾ ਆ। ਗੁਰੂ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਆ ਔਰ ਖਾਲਸਾ ਪੰਥ ਇੱਕ ਨਿਆਰਾਪਨ ਜਿਹੜਾ ਕਿ ਉਹਨਾਂ ਦੇ ਨਾਲ ਮੈਚ ਨਹੀਂ ਕਰਦਾ ਹੈਗਾ, ਪਰ ਖਿੱਚ ਧੂ ਕੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹਨੂੰ ਲਾਗੇ ਕਰਨਾ। ਫਿਰ ਦੇਸ਼ ਹਮਾਰਾ 75ਵੀਂ ਆਜ਼ਾਦੀ ਕੇ ਵਰਸ਼ ਮਨਾ ਰਹਾ ਹੈ, ਉਹਨਾਂ ਦੀ ਤਾਂ ਹਿੰਦੀ ਵੀ ਚਲੋ ਬੜੇ ਵਧੀਆ ਤਰੀਕੇ ਨਾਲ ਬੋਲਦੇ ਆ, ਮੈਨੂੰ ਤਾਂ ਬੋਲਣੀ ਵੀ ਨਹੀਂ ਆਉਂਦੀ ਉੱਦਾਂ ਦੀ ਹਿੰਦੀ ਜਿੱਦਾਂ ਦੀ ਨਰਿੰਦਰ ਮੋਦੀ ਹੋਰੀ ਬੋਲਦੇ ਆ। ਚੰਗੀ ਗੱਲ ਆ ਬਈ, ਉਹਨਾਂ ਨੂੰ ਆਉਣੀ ਚਾਹੀਦੀ ਆ, ਸਾਨੂੰ ਵੀ ਆਉਣੀ ਚਾਹੀਦੀ ਹੈ ਜੇ ਆ ਜਾਵੇ ਤਾਂ, ਪਰ ਨਹੀਂ ਬਹੁਤੀ ਵਧੀਆ ਆਉਂਦੀ। 75ਵੀਂ ਵਰ੍ਹੇਗੰਢ ਦੇਸ਼ ਆਜ਼ਾਦੀ ਦੀ ਮਨਾ ਰਿਹਾ ਹੈਗਾ ਔਰ ਬੜੇ ਸੁਭਾਗਿਆ ਕੀ ਬਾਤ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਕਹਿੰਦੇ ਵੀ ਆਹ ਜਿਹੜਾ 400 ਸਾਲਾ ਆਇਆ ਹੈਗਾ ਵੀ ਇਹ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ। ਮਤਲਬ ਕਿ 75ਵੀਂ ਵਰ੍ਹੇਗੰਢ ਇਸ ਮੁਲਕ ਦੀ ਆਜ਼ਾਦੀ ਦੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ 400 ਸਾਲਾ ਉਹਨੂੰ ਇੱਦਾਂ ਲਾਗੇ ਰਾਲ ਗੱਡ ਕਰਨ ਦੇ ਉਹਨਾਂ ਵੱਲੋਂ ਕੁਝ ਲਫ਼ਜ਼ ਮੈਂ ਬੋਲਦਾ, ਕੁਝ ਯਤਨ ਕੀਤੇ ਜਾ ਰਹੇ ਨੇ। ਮੈਂ ਗੱਲ ਕਰ ਰਿਹਾ ਸੀਗਾ, ਮੈਂ ਪੂਰੀ ਸਿੱਖ ਕੌਮ ਨੂੰ, ਖਾਸ ਕਰਕੇ ਜਿਹੜੀਆਂ ਸਿੱਖ ਸੰਗਤਾਂ ਉੱਥੇ ਬੈਠੀਆਂ ਸੀਗੀਆਂ ਜਾਂ ਜਿਹੜੀਆਂ ਆਪਣੇ ਘਰਾਂ ਵਿੱਚ ਬੈਠ ਕੇ ਉਸ ਸਮਾਗਮ ਦਾ ਆਨੰਦ ਲੈ ਰਹੀਆਂ ਸੀਗੀਆਂ, ਕੀ ਉਹਨਾਂ ਨੇ ਇਹਨਾਂ ਗੱਲਾਂ ਵੱਲ ਧਿਆਨ ਕੀਤਾ? ਕੀ ਉਹਨਾਂ ਨੂੰ ਨਹੀਂ ਲੱਗਦਾ ਕਿ ਹਿੰਦ ਹਕੂਮਤ ਕਿਵੇਂ ਜਿਹੜੇ ਸਿੱਖ ਧਰਮ ਦੇ ਉਹਨਾਂ ਨੂੰ ਪੇਸ਼ ਕਰ ਰਹੀ ਹੈ ਕਿ ਆਹ ਸਿੱਖਾਂ ਦੇ ਹੀਰੋ ਨੇ, ਸਿੱਖਾਂ ਦੇ ਲੀਡਰ ਨੇ, ਜਿਹੜੇ ਉਹਨਾਂ ਦੀ ਪਾਰਟੀ ਵਿੱਚ ਕੁਝ ਸ਼ਾਮਲ ਹੋ ਗਏ ਅਤੇ ਕੁਛ ਭਾਵੇਂ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ, ਪਰ ਉਹ ਉਹਨਾਂ ਦੇ ਅੰਡਰ ਰਹਿ ਕੇ ਹੀ ਕੰਮ ਕਰ ਰਹੇ ਨੇ। ਉਹਨਾਂ ਨੂੰ ਪੇਸ਼ ਕਰ ਰਹੇ ਆ ਪੂਰੀ ਦੁਨੀਆ ਦੇ ਸਾਹਮਣੇ ਵੀ ਆਹ ਸਿੱਖ ਕੌਮ ਆ ਕਿਹੜੀ ਭਲਾ, ਜਿਹੜੇ ਸਾਡੇ ਸਾਹਮਣੇ ਬੈਠੇ ਹੋਏ ਆ। ਕਹਿੰਦੇ
ਆਹ ਸਿੱਖ ਕੌਮ ਹੈ ਤੇ ਸਿੱਖਾਂ ਦੀ ਸਟੇਜ ਜਿਹੜੀ ਪਿੱਛੇ ਜਿੱਦਾਂ ਦੇ ਉਹਨਾਂ ਨੇ ਮੈਂ ਤੁਹਾਨੂੰ ਪਹਿਲਾਂ ਫੋਟੋਆਂ 'ਚ ਦਿਖਾ ਕੇ ਹਟਿਆ ਤੇ ਇਦਾਂ ਦੀ ਸਟੇਜ ਹੁੰਦੀ ਆ ਸਿੱਖਾਂ ਦੀ, ਜਿੱਥੇ ਭਗਵੇਂ ਝੰਡੇ ਵੀ ਫੋਟੋਆਂ ਵਿੱਚ ਪਿੱਛੇ ਲੱਗੇ ਹੁੰਦੇ ਆ। ਆਹ ਸਟੇਜ ਔਰ ਸਿੱਖਾਂ ਦੇ ਜਿਹੜੇ ਲੀਡਰ ਨੇ ਉਹ ਕੌਣ ਨੇ ਭਲਾ? ਉਹ ਆਹ ਲੀਡਰ ਜਿਹੜੇ ਮਨਜਿੰਦਰ ਸਿੰਘ ਸਿਰਸਾ, ਕਾਲਕਾ ਜੀ ਹੋ ਗਏ ਜਾਂ ਹਰਦੀਪ ਪੁਰੀ ਜੀ ਹੋ ਗਏ, ਵੀ ਆਹ ਬੰਦੇ ਇਹ ਸਿੱਖਾਂ ਦੇ ਕਹਿੰਦੇ ਲੀਡਰ ਵਾ। ਮਤਲਬ ਉਹਨਾਂ ਨੂੰ ਪੇਸ਼ ਕਰ ਰਹੇ ਆ ਕੁੱਲ ਦੁਨੀਆ ਦੇ ਸਾਹਮਣੇ ਵੀ ਆਹ ਸਿੱਖਾਂ ਦੇ ਲੀਡਰ ਵਾ। ਔਰ ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਨੇ। ਕੁਝ ਯਤਨ ਕੀਤੇ ਜਾ ਰਹੇ ਨੇ, ਕਿਹੜੇ ਕਿਹੜੇ ਭਲਾ? ਇੱਕ, ਜਿਹੜੇ ਸਿੱਖ ਨਿਆਰੇਪਨ ਦੀ ਗੱਲ ਕਰਦੇ ਆ ਵੀ ਨਿਆਰਾਪਨ, ਅੱਡਰੀ ਅਤੇ ਨਿਆਰੀ ਹੋਂਦ ਹਸਤੀ, ਉਹ ਅੱਡ ਜਿਹੜੇ ਆਪਣੇ ਹੱਕ ਹਕੂਕਾਂ ਦੀ ਖਾਤਰ ਅੱਜ ਵੀ ਸੰਘਰਸ਼ ਕਰਦੇ ਆ, ਉਹਨਾਂ ਨੂੰ ਉਹ ਉਹਨਾਂ ਤੋਂ ਨਿਖੇੜ ਕੇ ਰੱਖਦੇ ਆ। ਉਹ ਕਿਉਂਕਿ ਇਹਨਾਂ ਦੇ ਹਿਸਾਬ ਦੇ ਨਾਲ ਉਹ ਦੇਸ਼ ਕੋ ਤੋੜਨ ਕੀ ਬਾਤ ਕਰਤੇ ਹੈ, ਉਹ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਆ, ਉਹ ਅੱਤਵਾਦੀਆਂ ਦੀ ਕੈਟਾਗਰੀ ਵਿੱਚ ਆਉਂਦੇ ਆ। ਹੱਦ ਹੋ ਗਈ। ਮਤਲਬ ਜੇ ਤਾਂ ਤੁਸੀਂ ਇਹਨਾਂ ਦੇ ਵਾਸਤੇ ਲੜਦੇ ਹੋ, ਠੀਕ ਆ ਜੀ, ਇਹਨਾਂ ਦਾ ਧਰਮ ਬਚਾਉਣ ਦੀ ਖਾਤਰ, ਫਿਰ ਤਾਂ ਤੁਸੀਂ ਚੰਗੇ ਲੱਗਦੇ ਹੋ। ਪਰ ਜੇ ਤੁਸੀਂ ਆਪਣੇ ਇਹਨਾਂ ਦੇ ਰਾਜ ਭਾਗ ਦੇ ਵਿੱਚ ਆਪਣੇ ਹੱਕਾਂ ਦੀ ਗੱਲ ਕਰਦੇ ਹੋ, ਫਿਰ ਤੁਹਾਨੂੰ ਇੱਕ ਵੱਖਰੀ ਕੈਟਾਗਰੀ ਵਿੱਚ ਰੱਖਦੇ ਆ। ਫਿਰ ਤੁਹਾਨੂੰ ਸਿੱਖ ਵੀ ਨਹੀਂ ਮੰਨਦੇ ਉਹ। ਨਾ ਨਾ, ਸਿੱਖ ਤਾਂ ਕਹਿੰਦੇ ਇੱਦਾਂ ਨਹੀਂ ਹੁੰਦਾ, ਇਹ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ। ਉਹਨਾਂ ਨੂੰ ਅੱਤਵਾਦੀਆਂ ਦੀ ਕੈਟਾਗਰੀ ਵਿੱਚ ਰੱਖਦੇ ਆ। ਹੁਣ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ, ਜਿਹੜੇ ਸਿੱਖ ਆਗੂ ਆਜ਼ਾਦੀ ਦੀ ਗੱਲ ਕਰਦੇ ਆ, ਜਾਂ ਜਿਹੜੇ ਸਿੱਖ ਆਗੂ ਆਪਣੀ ਅੱਡਰੀ ਅਤੇ ਨਿਆਰੀ ਹੋਂਦ ਹਸਤੀ ਦੀ ਗੱਲ ਕਰਦੇ ਆ, ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਇੱਕ ਵੱਖਰੇ ਸਿੱਖ ਧਰਮ ਦੇ ਵਜੋਂ ਮਾਨਤਾ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਉਹ ਸਿੱਖ ਹੀ ਨਹੀਂ ਮੰਨਦੇ ਹੈਗੇ। ਉਹਨਾਂ ਨੂੰ ਕਹਿੰਦੇ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਆ। ਸੋ ਇੱਦਾਂ ਪੇਸ਼ ਕੀਤਾ ਜਾ ਰਿਹਾ ਹੈਗਾ। ਖਾਲਸਾ ਪੰਥ ਨੂੰ ਮੈਂ ਸਵਾਲ ਇਹ ਕਰਨਾ ਚਾਹੁੰਦਾ ਹੈ ਕਿ ਜਿਸ ਕਿਸਮ ਦੀ ਸਿੱਖ ਕੌਮ ਉਹ ਘੜਨੀ ਚਾਹੁੰਦੇ ਆ, ਉਹ ਘੜ ਰਹੇ ਆ, ਘੜ ਲਈ ਉਹ ਉਹਨਾਂ ਨੇ, ਐਂ ਕਹਿ ਲਓ। ਔਰ ਜਿਹੜੀ ਉਹਨਾਂ ਦੀ ਘੜੀ ਹੋਈ ਸਿੱਖ ਕੌਮ ਆ, ਜਾਂ ਉਹਨਾਂ ਦੇ ਘੜੇ ਹੋਏ ਸਿੱਖ ਆ ਜਿਹੜੇ ਜਿੱਦਾਂ ਦੇ ਉਹ ਘੜਨਾ ਚਾਹੁੰਦੇ ਆ, ਉਹਨਾਂ ਨੂੰ ਪੇਸ਼ ਕਰ ਰਹੇ ਆ ਦੁਨੀਆ ਦੇ ਸਾਹਮਣੇ। ਕੀ ਸਿੱਖ ਕੌਮ ਨੂੰ ਇਹ ਗੱਲ ਮਨਜ਼ੂਰ ਹੈ? ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ, ਸਿੱਖ ਭਾਈਚਾਰੇ ਨੂੰ, ਹਰੇਕ ਨੂੰ, ਹਰੇਕ ਸਿੱਖ ਜਵਾਬ ਦੇਵੇ। ਕੀ ਤੁਹਾਨੂੰ ਇਹ ਗੱਲ ਮਨਜ਼ੂਰ ਹੈ ਜਿੱਦਾਂ ਦਾ ਸਿੱਖ ਅਤੇ ਜਿੱਦਾਂ ਦੇ ਸਿੱਖ ਲੀਡਰ ਉਹ ਘੜ ਰਹੇ ਆ, ਉਹ ਤੁਹਾਨੂੰ ਮਨਜ਼ੂਰ ਹੈ? ਗੁਰੂ ਸਾਹਿਬ ਜੀ ਨੂੰ ਜਿੱਦਾਂ ਦੇ ਰੂਪ ਦੇ ਵਿੱਚ ਉਹ ਪੇਸ਼ ਕਰਕੇ ਦਿਖਾਉਣਾ ਚਾਹੁੰਦੇ ਆ ਵੀ ਇੱਦਾਂ ਦੇ ਸੀਗੇ ਗੁਰੂ ਸਾਹਿਬ ਜੀ, ਤੁਹਾਨੂੰ ਮਨਜ਼ੂਰ ਹੈ ਇਹ ਗੱਲ? ਜੇ ਮਨਜ਼ੂਰ ਹੈ ਤਾਂ ਦੱਸੋ, ਜੇ ਨਹੀਂ ਮਨਜ਼ੂਰ ਤਾਂ ਟਣਕਾ ਕੇ ਕਮੈਂਟ ਕਰਕੇ ਦੱਸੋ, ਲਿਖੋ ਕਿ ਨਹੀਂ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਹੈ। ਇੱਕ ਗੱਲ ਹੋਰ ਜਿਹੜੀ ਮੇਰੇ ਦਿਲ ਦੇ ਵਿੱਚ ਘੁੰਮ ਰਹੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਸਿੱਖ ਸੰਗਤਾਂ ਦਾ ਇਕੱਠ ਸੀਗਾ, ਕੱਲ੍ਹ ਵੀ ਅਤੇ ਪਰਸੋਂ ਵੀ। ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਉਂਗਲ ਖੜੀ ਕਰਕੇ ਕਹੀ ਹੋਵੇ ਗੱਲ ਕਿ ਇੱਥੇ ਸਰਕਾਰ ਵੱਲੋਂ ਭਗਵੀਂ ਖੇਡ ਖੇਡੀ ਜਾ ਰਹੀ ਹੈ। ਇੱਥੇ 400 ਸਾਲਾ ਮਨਾਉਣ ਦੀ ਆੜ ਦੇ ਹੇਠ ਸਿੱਖ ਕੌਮ ਦਾ ਭਗਵਾਂ ਕਰਨ ਕੀਤੇ ਜਾਣ ਦੇ ਯਤਨ ਹੋ ਰਹੇ ਨੇ। ਗੁਰੂ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਇੱਥੇ ਹੈ ਉਹਨੂੰ ਛੁਟਿਆ ਕੇ ਇੱਥੇ ਲਿਆਉਣ ਦੇ ਕੁਝ ਯਤਨ ਹੋ ਰਹੇ ਨੇ। ਕਿਸੇ ਨੇ ਆਖਿਆ, ਹੋ ਸਕਦਾ ਕਿਸੇ ਨੇ ਸਟੇਜ ਤੋਂ ਬਾਹਰ ਆਖਿਆ ਹੋਵੇ, ਪਰ ਮੇਰੀ ਜਾਣਕਾਰੀ ਵਿੱਚ ਨਾ ਆਖਿਆ, ਮੇਰੀ ਜਾਣਕਾਰੀ ਵਿੱਚ ਨਾ ਹੋਵੇ। ਜੇ ਕਿਸੇ ਨੇ ਆਖਿਆ ਹੋਵੇ ਤਾਂ ਮੈਂ ਸਿਜਦਾ ਕਰਦਾ, ਮੈਂ ਸਲਿਊਟ ਕਰਦਾ, ਜ਼ਰੂਰ ਉਹ ਸੰਪਰਕ ਕਰੇ ਜੇ ਕਿਸੇ ਨੇ ਆਖਿਆ। ਅਤੇ ਜੇ ਸਿਰਫ ਇੱਦਾਂ ਹੀ ਆ ਕਿ ਅਸੀਂ ਗਏ, ਮੱਥਾ ਟੇਕਿਆ, ਪ੍ਰਸ਼ਾਦਾ ਛਕਿਆ, ਪ੍ਰਸ਼ਾਦ ਲਿਆ, ਭਾਸ਼ਣ ਸੁਣਿਆ, ਉਹਨਾਂ ਘਰਾਂ ਨੂੰ ਆ ਗਏ, ਫਿਰ ਇਹਦਾ ਮਤਲਬ ਇਹ ਆ ਕਿ ਆਪਾਂ ਸੁੱਤੇ ਹੋਏ ਹਾਂ। ਹੁਣ ਮੈਂ ਇੱਕ ਮਾਮੂਲੀ ਜਿਹਾ ਪੱਤਰਕਾਰ, ਜੇ ਮੇਰਾ ਧਿਆਨ ਉੱਧਰ ਨੂੰ ਗਿਆ ਹੈਗਾ, ਹੋ ਸਕਦਾ ਮੈਂ ਰੋਂਗ ਹੋਵਾਂ ਭਾਈ। ਖਾਲਸਾ ਪੰਥ ਨੇ ਫੈਸਲਾ ਕਰਨਾ ਇਹਨਾਂ ਸਾਰੀਆਂ ਗੱਲਾਂ ਦਾ ਵੀ ਖਾਲਸਾ ਪੰਥ ਨੂੰ ਇਹ ਸਾਰਾ ਕੁਛ ਮਨਜ਼ੂਰ ਹੈ ਜਾਂ ਨਹੀਂ। ਫੈਸਲਾ ਕਰਨ ਦੀ ਲੋੜ ਵਾ ਅੱਜ, ਕਿਉਂਕਿ ਉਹਨਾਂ ਵੱਲੋਂ ਜਿਹੜੇ ਲੀਡਰ ਉਹਨਾਂ ਨੂੰ ਫਿੱਟ ਬਹਿੰਦੇ ਆ, ਉਹ ਆਪਣੇ ਕੋਲ ਰੱਖ ਕੇ ਅਤੇ ਉਹਨਾਂ ਨੂੰ ਫਿਰ ਪੇਸ਼ ਵੀ ਕਰਦੇ ਆ ਵੀ ਆਹ ਆ ਸਿੱਖਾਂ ਦੇ ਲੀਡਰ। ਨਾ ਅਗਲਿਆਂ ਨੇ ਉੱਥੇ ਕੋਈ ਹੁਣ ਇੱਥੇ ਜਿਹੜੇ ਮੰਗ ਪੱਤਰ ਦਿੰਦੇ ਆ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਨਾ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਕਰ ਰਹੇ ਆ। ਉਹ ਕੁਛ ਵੀ ਨਹੀਂ ਕਰਦੇ। ਕਿਉਂ ਕਰਨ ਭਾਈ? ਉਹਨਾਂ ਨੂੰ ਤਾਂ ਇਹ ਲੱਗਦਾ ਕਿ ਇਹ ਅੱਤਵਾਦੀ ਆ, ਇਹ ਸਿੱਖ ਨਹੀਂ ਹੈਗੇ, ਇਹ ਤਾਂ ਅੱਤਵਾਦੀ ਆ, ਇਹ ਮਾਹੌਲ ਖਰਾਬ ਕਰਦੇ ਆ ਇਹ। ਔਰ ਆਹ ਅਸਲੀ ਸਿੱਖ ਜਿਹੜੇ ਸਾਡੇ ਕੋਲ ਆਹ ਡਿਮਾਂਡ ਲੈ ਕੇ ਆਉਂਦੇ ਆ ਵੀ ਸਿੱਕਾ ਜਾਰੀ ਕਰ ਦਿਓ। ਉਹਨਾਂ ਨੇ ਇੱਕ ਸਿੱਕਾ ਜਾਰੀ ਕਰ ਦਿੱਤਾ, ਠੀਕ ਆ ਜੀ। ਉਹਦੇ ਵਿੱਚ ਅਸੀਂ ਜੇ ਮਨਜ਼ੂਰ ਆ ਵੀ ਆਹੀ ਗੱਲ ਇਕੱਲੀ ਮਨਜ਼ੂਰ ਆ ਵੀ ਸਿੱਕਾ ਜਾਰੀ ਕਰ ਦਿੱਤਾ ਉਹਨਾਂ ਨੇ, ਅਤੇ ਬਸ ਠੀਕ ਠਾਕ ਆ। ਫਿਰ ਜਾਂ ਐਨੀਮੇਸ਼ਨ ਫਿਲਮਾਂ ਦੀ ਗੱਲ ਕਰਨਗੇ ਵੀ ਚਲੋ ਉਹ ਕਰ ਦਿਓ ਜੀ। ਇੱਕ ਡਾਕ ਟਿਕਟ ਜਾਰੀ ਕਰ ਦਿੱਤੀ ਉਹਨਾਂ ਨੇ 25 ਰੁਪਏ ਵਾਲੀ, 400 ਰੁਪਏ ਵਾਲਾ ਸਿੱਕਾ। ਜੇ ਆਹੀ ਸਾਰਾ ਕੁਝ ਜੇ ਲੱਗਦਾ ਵੀ ਇੰਨੇ ਵਿੱਚ ਸੰਤੁਸ਼ਟ ਹੋ ਤਾਂ ਇੰਨੀ ਚੀਜ਼ ਦੇ ਕੇ ਆ ਦੋ ਚੀਜ਼ਾਂ ਜਾਰੀ ਕਰਕੇ ਉਹ ਇੱਕ 25 ਰੁਪਏ ਵਾਲੀ ਡਾਕ ਟਿਕਟ, 400 ਰੁਪਏ ਵਾਲਾ ਸਿੱਕਾ ਜਾਰੀ ਕਰਕੇ 400 ਸਾਲਾਂ ਦੇ ਉੱਪਰ, ਜੇ ਇੰਨੀ ਚੀਜ਼ ਤੁਹਾਨੂੰ ਦੇ ਕੇ ਉਹ ਅਤੇ ਤੁਹਾਡੀ ਪੂਰੀ ਕੌਮ ਦਾ ਭਗਵਾਂ ਕਰ ਜਾਣ ਉਹ, ਤਾਂ ਕੀ ਤੁਹਾਨੂੰ ਇਹ ਗੱਲ ਮਨਜ਼ੂਰ ਹੈ? ਆਹ ਦੋ ਚੀਜ਼ਾਂ ਤੁਹਾਨੂੰ ਦੇ ਕੇ ਖੁਸ਼ ਕਰਨ ਦੇ ਯਤਨ ਕਰਕੇ ਜੇ ਗੁਰੂ ਸਾਹਿਬ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਉਹ ਜਿਹੜੇ ਇੱਥੇ ਕੋਈ ਆਪਣੇ ਵਾਸਤੇ ਨਹੀਂ ਮਰਦਾ, ਮੈਂ ਬੇਨਤੀ ਕਰਨਾ, ਦੁਖੀ ਮਨ ਦੇ ਵਿੱਚੋਂ ਹੂਕ ਨਿਕਲਦੀ ਹੈ, ਅੱਜ ਆਪਣੇ ਵਾਸਤੇ ਨਹੀਂ ਕੋਈ ਮਰਦਾ,
ਉਹ ਦੂਜਿਆਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਗੁਰੂ ਸਾਹਿਬ ਜੀ, ਮੈਂ ਹੈਰਾਨ ਹੁੰਨਾ, ਉਹਨਾਂ ਨੇ ਵਖਰੇਵਾਂ ਕੀਤਾ ਹੀ ਨਹੀਂ ਵੀ ਮੈਂ ਸਿੱਖਾਂ ਦੇ ਵਾਸਤੇ ਹੀ ਕੁਰਬਾਨੀ ਕਰਨੀ ਆ, ਮੈਂ ਮੁਸਲਮਾਨਾਂ ਦੇ ਖਿਲਾਫ ਲੜਨਾ ਆ, ਮੈਂ ਹਿੰਦੂਆਂ ਦੇ, ਕਿ ਉਹਨਾਂ ਨੇ ਵਖਰੇਵਾਂ ਕੀਤਾ ਹੀ ਨਹੀਂ। ਉਹਨਾਂ ਨੇ ਇਹ ਵੇਖਿਆ ਵੀ ਕਿਸੇ ਵੀ ਕੌਮ ਦਾ ਆ ਕੋਈ ਜ਼ੁਲਮ ਕਰਨ ਵਾਲਾ, ਤੇ ਚਾਹੇ ਜ਼ੁਲਮ ਜਿਹਦੇ ਤੇ ਹੋ ਰਿਹਾ ਹੈਗਾ ਭਾਵੇਂ ਕੋਈ ਵੀ ਆ, ਗੁਰੂ ਸਾਹਿਬ ਜੀ ਕਹਿੰਦੇ ਨਾ, ਆਪਾਂ ਇਹ ਚੀਜ਼ ਹੋਣ ਨਹੀਂ ਦੇਣੀ, ਨਹੀਂ ਹੋਣ ਦਿੱਤੀ। ਉਹਨਾਂ ਨੇ ਆਪਣਾ ਪਰਾਇਆ ਸਮਝਿਆ ਹੀ ਕੁਛ ਨਹੀਂ, ਉਹਨਾਂ ਨੇ ਸਮਝਿਆ ਹੀ ਨਹੀਂ ਕੁਛ ਵੀ, ਔਰ ਉਹਨਾਂ ਨੇ ਕੁਛ ਵੀ ਨਹੀਂ ਸਮਝਿਆ। ਤੁਸੀਂ ਦੇਖੋ ਕਿੱਥੇ ਗੁਰੂ ਸਾਹਿਬ ਜੀ ਦੀ ਸੋਚ ਹੈ, ਔਰ ਉਹਨਾਂ ਨੂੰ ਕਿੱਥੇ ਲਿਆ ਕੇ ਪੇਸ਼ ਕਰਨ ਦੇ ਕੁਝ ਯਤਨ ਕੀਤੇ ਜਾ ਰਹੇ ਨੇ। ਖਾਲਸਾ ਪੰਥ ਫੈਸਲਾ ਕਰੇ ਵੀ ਕੀ ਤੁਹਾਨੂੰ ਇਹ ਸਾਰੀਆਂ ਗੱਲਾਂ ਮਨਜ਼ੂਰ ਨੇ, ਜ਼ਰੂਰ ਕਮੈਂਟ ਕਰਕੇ ਦੱਸਿਓ। ਇੱਕ ਗੱਲ ਹੋਰ ਜਾਂਦੇ ਜਾਂਦੇ ਕਹਿਣੀ ਚਾਹੂੰਗਾ, ਜੇ ਇਹ ਗੱਲਾਂ ਨਹੀਂ ਮਨਜ਼ੂਰ ਤਾਂ ਦਿੱਲੀ ਦੇ ਜਿਹੜੇ ਸਿੱਖ ਹੈਗੇ ਨੇ, ਖਾਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਜਿਹੜੇ ਕਾਬਜ਼ ਲੋਕ ਨੇ ਇਸ ਵੇਲੇ, ਜਦੋਂ ਉਹ ਸਟੇਜ ਦੇ ਉੱਪਰ ਨਾਲ ਬਰਾਬਰ ਜਾ ਕੇ ਬੈਠੇ ਸੀਗੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜ਼ੂਰੀ ਜਿਹੜੇ ਰਾਗੀ ਹੋ ਗਏ, ਚਾਹੇ ਜਾਂ ਗ੍ਰੰਥੀ ਸਿੰਘ ਹੋ ਗਏ, ਜਾਂ ਜਿਹੜੇ ਪ੍ਰਚਾਰਕ ਹੋ ਗਏ, ਉਹਨਾਂ ਵਿੱਚੋਂ ਇੱਕ ਪ੍ਰਚਾਰਕ ਮੈਂ ਵੇਖ ਰਿਹਾ ਸੀਗਾ ਬਾਰ-ਬਾਰ ਨਾ ਸਟੇਜ ਦੇ ਉੱਪਰ ਜਾ ਕੇ ਮੋਦੀ ਹੋਰਾਂ ਦੇ ਕੰਨ ਵਿੱਚ ਇੱਦਾਂ ਐਂ ਕਰਕੇ, ਇੱਦਾਂ ਮੜ ਜਾ ਜਿੱਦਾਂ ਕੰਨ 'ਚ ਗੱਲੀਆਂ ਕਰਕੇ ਮੁਸਕਰਾ ਰਹੇ ਸੀਗੇ। 3 ਵਾਰੀ ਉਹਨਾਂ ਨੇ ਇੱਦਾਂ ਕੀਤਾ, ਮਤਲਬ ਸ਼ਾਇਦ ਉਹ ਪੂਰੀ ਸਟੇਜ ਦੇ ਉੱਪਰ ਖੜ੍ਹੇ ਹੋ ਕੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੋਣ ਕਿ ਮੈਂ ਮੋਦੀ ਹੋਰਾਂ ਦੇ ਬਹੁਤ ਲਾਗੇ ਆ, ਮੋਦੀ ਆਰਾਮ ਨਾਲ ਖੜ੍ਹੇ ਆ, ਔਰ ਕੰਨ 'ਚ ਲਾਗੇ ਜਾ ਕੇ ਇੱਦਾਂ ਹੈ ਨਾ, ਇੱਦਾਂ ਕੰਨ ਦੇ ਵਿੱਚ ਕੋਈ ਗੱਲ, ਹੱਦ ਹੋ ਗਈ, ਕਮਾਲ ਦੀ ਗੱਲ ਹੈ। ਇੰਨੇ ਜ਼ਿਆਦਾ ਅਸੀਂ ਮਤਲਬ ਕਿ ਹੋ ਗਏ ਕਿ ਅਸੀਂ ਦੁਨੀਆ ਨੂੰ ਇਹ ਵੀ ਮੈਂ ਬਹੁਤ ਲੱਗ ਗਿਆ ਮੋਦੀ ਦੇ, ਹੱਦ ਹੋ ਗਈ ਹੈ, ਕਮਾਲ ਦੀ ਗੱਲ ਹੈ। ਤੁਸੀਂ ਜਦੋਂ ਕਥਾ ਕਰਦੇ ਹੋ, ਜਦੋਂ ਤੁਸੀਂ ਪ੍ਰਚਾਰ ਕਰਦੇ ਹੋ, ਜਦੋਂ ਗੁਰਬਾਣੀ ਦੇ ਹਵਾਲੇ ਦੇ ਕੇ ਗੱਲ ਕਰਦੇ ਹੋ, ਤਾਂ ਤੁਹਾਨੂੰ ਤਾਂ ਸਾਡੇ ਨਾਲੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਵੀ ਗੁਰਬਾਣੀ ਕੀ ਕਹਿੰਦੀ ਹੈ, ਗੁਰਮਤਿ ਦੀ ਫਿਲਾਸਫੀ ਕੀ ਹੈਗੀ ਆ, ਵਿਚਾਰਧਾਰਾ ਕੀ ਹੈਗੀ ਆ, ਔਰ ਉਹ ਕਰ ਕੀ ਰਹੇ ਆ, ਜਿਨ੍ਹਾਂ ਦੇ ਅਸੀਂ ਕੰਨਾਂ ਵਿੱਚ ਲਾਗੇ ਲਾ ਕੇ ਹੋ ਕੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਬਹੁਤ ਲਾਗੇ ਆ ਇਹਨਾਂ ਦੇ। ਉਹ ਤੁਸੀਂ ਤਾਂ ਸਗੋਂ ਦੂਰ ਖੜ੍ਹੇ ਹੋ ਕੇ ਉਹਨਾਂ ਨੂੰ ਸਟੇਜ ਦੇ ਉੱਪਰ ਜਦੋਂ ਤੁਹਾਨੂੰ ਮੌਕਾ ਮਿਲਿਆ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਵੀ ਮੋਦੀ ਸਾਹਿਬ, ਜਿਹੜੀ ਤੁਸੀਂ ਆ ਗੱਲ ਕਰਕੇ ਗਏ ਹੋ, ਇਹ ਗੱਲ ਗੁਰਮਤਿ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੀ। ਤੁਸੀਂ ਗੁਰੂ ਸਾਹਿਬ ਜੀ ਨੂੰ ਸਿਰਫ ਦੇਸ਼ ਭਗਤ ਸੰਬੋਧਨ ਕਰ ਰਹੇ ਹੋ ਵੀ ਇਹ ਰੋਂਗ ਹੈ, ਇਹ ਗਲਤ ਹੈ, ਜ਼ਰੂਰਤ ਕਿਉਂ ਨਾ ਕੀਤੀ। ਮੈਂ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਕਹਿਣਾ ਚਾਹੁੰਦਾ, ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਕਰਕੇ ਉਹਨਾਂ ਸਾਰਿਆਂ ਨੂੰ ਜਿਹੜੇ ਸਟੇਜ ਦੇ ਉੱਪਰ ਸੁਸ਼ੋਭਿਤ ਸੀਗੇ, ਉੱਥੇ ਸੁਸ਼ੋਭਿਤ ਲਫ਼ਜ਼ ਬੋਲ ਦਿੰਦਾ ਮੈਂ, ਉਹਨਾਂ ਨੂੰ ਜਾ ਕੇ ਇੱਕ ਵਾਰ ਜ਼ਰੂਰ ਪੁੱਛੋ ਉਹਨਾਂ ਨੂੰ, ਜੇ ਤੁਸੀਂ ਉਹਨਾਂ ਨੂੰ ਫੜੋਗੇ ਨਾ ਉਹਨਾਂ ਨੂੰ, ਤਾਂ ਫਿਰ ਉਹ ਜਾਗਦੇ ਰਹਿਣਗੇ, ਵਰਨਾ ਉਹਨਾਂ ਨੂੰ ਇਹ ਪਤਾ ਹੈਗਾ ਕਿ ਤੁਸੀਂ ਸੁੱਤੇ ਪਏ ਆ, ਤੁਹਾਡੇ ਸੁੱਤੇ ਪਿਆਂ 'ਤੇ ਤੁਹਾਡਾ ਘਰ ਲੁੱਟ ਕੇ ਲੈ ਜਾਣਗੇ, ਉਹ ਘਰ ਲੁੱਟ ਕੇ ਲੈ ਜਾਣਗੇ। ਉਹ ਘਰ ਲੁੱਟਣ ਤੋਂ ਤਾਂ ਬਚ ਸਕਣਾ ਆ ਜੇ ਜਾਗਦੇ ਰਹੋਗੇ, ਜਾਗਦੇ ਰਹੋਗੇ, ਜਾਗਦੇ ਰਹੋਗੇ। ਕੱਲ੍ਹ ਵੀ ਮੈਂ 3 ਵਾਰ ਗੱਲ ਆਖੀ ਸੀਗੀ ਕਿ ਜਾਗਦੇ ਰਹੀਏ, ਜਾਗਦੇ ਰਹੀਏ, ਜਾਗਦੇ ਰਹੀਏ। ਇੱਕ ਗੱਲ ਹੋਰ ਕੱਲ੍ਹ ਆਖੀ ਸੀ, ਦੁਬਾਰਾ ਦੁਹਰਾ ਦਿੰਦਾ, ਬਹੁਤ ਹੀ ਜ਼ਿਆਦਾ ਚਿੰਤਤ ਹੋਣ ਦੀ ਵੀ ਲੋੜ ਨਹੀਂ ਹੈ, ਕੋਈ ਤੁਹਾਨੂੰ ਖਤਮ ਨਹੀਂ ਕਰ ਸਕੂੰਗਾ, ਕਿਉਂਕਿ ਗੁਰੂ ਸਾਹਿਬ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਅਤੇ ਗੁਰੂ ਸਾਹਿਬ ਜੀ ਦੀ ਰਚੀ ਹੋਈ ਬਾਣੀ ਉਹ ਜੁਗੋ ਜੁਗ ਅਟੱਲ ਰਹਿਣੀ ਹੈ, ਰਹੇਗੀ, ਇੱਦਾਂ ਹੀ ਰਹੂਗੀ, ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਕੱਲ੍ਹ ਵੀ ਗੱਲ ਕੀਤੀ ਸੀਗੀ, ਪਰਮਾਤਮਾ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਖਾਲਸਾ, ਅਤੇ ਗੁਰਮਤਿ ਦੀ ਫਿਲਾਸਫੀ ਨੂੰ ਕੋਈ ਵੀ ਖਤਮ ਨਹੀਂ ਕਰ ਸਕੂੰਗਾ। ਪਰ ਸ਼ਰਤ ਵਾ ਇੱਕ, ਕਿਹੜੀ ਸ਼ਰਤ? ਪਹਿਲਾਂ ਗੁਰੂ ਸਾਹਿਬ ਜੀ ਰੱਖ ਕੇ ਗਏ ਨੇ ਸ਼ਰਤ, ਉਹ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਊ ਮੈਂ ਸਾਰਾ, ਜਬ ਜਾ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜੇ ਵਿਪਰਨ ਕੇ ਰੀਤਾਂ ਦੇ ਵਿੱਚ ਜਾ ਕੇ ਇੱਦਾਂ ਫਿਰ ਗ੍ਰਸਤ ਹੋ ਜਾਵਾਂਗੇ ਨਾ, ਫਿਰ ਗੁਰੂ ਸਾਹਿਬ ਜੀ ਪ੍ਰਤੀਤ ਨਹੀਂ ਕਰਦੇ। ਹੁਣ ਜਿਹੜਾ ਵਿਪਰ ਹੈਗਾ ਉਹ ਤੁਹਾਡੀ ਸਟੇਜ ਦੇ ਉੱਪਰ ਆ ਕੇ ਹੀ ਜੇ ਤੁਹਾਡਾ ਭਗਵਾਂ ਕਰਨ ਕਰਕੇ ਤੁਰਦਾ ਬਣੇ ਤੁਹਾਡੇ ਹੀ ਪੈਸਿਆਂ ਦੇ ਨਾਲ, ਫਿਰ ਦੱਸੋ ਆਪਣੇ ਆਪ ਨੂੰ ਕੀ ਕਹੀਏ, ਫਿਰ ਕੀ ਕਹਿਣਾ ਬਣਦਾ ਆਪਣੇ ਆਪ ਨੂੰ, ਫਿਰ ਜੇ ਸਾਡੀ ਹਾਜ਼ਰੀ ਵਿੱਚ ਉਹ ਇੱਦਾਂ ਸਾਰਾ ਕੁਛ ਕਰ ਜਾਣ। ਤਾਂ ਮੈਂ ਜਾਂਦੇ ਜਾਂਦੇ ਕਹਿਣਾ ਚਾਹੂੰਗਾ, ਇਹਨਾਂ ਗੱਲਾਂ ਨੂੰ ਕੋਈ ਵੀ ਮੇਰਾ ਹਿੰਦੂ ਵੀਰ ਜਿਹੜਾ ਹੈਗਾ ਉਹ ਵੀ ਇੱਦਾਂ ਨਾ ਲਵੇ, ਜਿਹੜਾ ਕੋਈ ਮੇਰੀ ਗੱਲ ਨੂੰ ਸੁਣ ਰਿਹਾ ਹੋਊਗਾ ਕਿ ਨਫ਼ਰਤ ਨਹੀਂ ਮੇਰੇ ਵੀਰੋ ਫੈਲਾ ਰਹੇ, ਨਫ਼ਰਤ ਨਹੀਂ ਫੈਲਾ ਰਹੇ। ਕੀ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਭਲਾ? ਤੁਸੀਂ ਰਾਮ ਨੌਮੀ ਮਨਾਉਂਦੇ ਹੋ, ਤੁਸੀਂ ਦੁਸਹਿਰਾ ਮਨਾਉਂਦੇ ਹੋ, ਤੁਸੀਂ ਆਪਣੇ ਜਿੰਨੇ ਵੀ ਫੈਸਟੀਵਲ ਹੈਗੇ ਨੇ ਤੁਸੀਂ ਉਹ ਮਨਾਉਂਦੇ ਹੋ, ਤੁਹਾਡੀ ਆਪਦੀ ਵਿਚਾਰਧਾਰਾ ਦੇ ਮੁਤਾਬਿਕ ਹੀ ਮਨਾਉਂਦੇ ਹੋਗੇ ਨਾ, ਜੋ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ। ਹੁਣ ਜੇ ਉੱਥੇ ਕਿਸੇ ਹੋਰ ਕਮਿਊਨਿਟੀ ਦਾ ਬੰਦਾ ਜਾ ਕੇ ਆਖੇ ਕਿ ਨਹੀਂ ਇਹ ਜਿਹੜੀ ਫਿਲਾਸਫੀ ਹੈਗੀ ਤੁਹਾਡੇ ਵਾਲੀ ਇੱਦਾਂ ਨਹੀਂ, ਇਹਨੂੰ ਇੱਦਾਂ ਮਨਾਓ, ਇਹਨੂੰ ਇੱਦਾਂ ਮਨਾਓ, ਤੁਸੀਂ ਕਹੋਗੇ ਨਾ ਵੀ ਯਾਰ ਸਾਡੇ ਧਾਰਮਿਕ ਗ੍ਰੰਥ ਸਾਡੀ ਫਿਲਾਸਫੀ ਦੇ ਉਲਟ ਬੋਲ ਰਹੇ ਹੋ ਤੂੰ ਇੱਥੇ। ਸੋ ਸਿਰਫ ਇੱਦਾਂ ਹੀ ਸਿੱਖ ਕੌਮ ਨਹੀਂ ਬਰਦਾਸ਼ਤ ਕਰਨ ਨੂੰ ਤਿਆਰ, ਔਰ ਨਹੀਂ ਹੋਣਾ ਚਾਹੀਦਾ ਇੱਦਾਂ। ਤੁਸੀਂ ਕਿਸੇ ਨੂੰ ਇੱਦਾਂ ਦਖਲਅੰਦਾਜ਼ੀ ਕਰੋਗੇ ਤਾਂ ਇਹਦੇ ਨਾਲ ਜਿਹੜਾ ਦਖਲਅੰਦਾਜ਼ੀ ਕਰੂੰਗਾ ਮਾਹੌਲ ਖਰਾਬ ਕਰਨ ਦਾ ਜਿਹੜਾ ਹੈਗਾ ਉਹ ਕੰਮ ਉਹ ਕਰ ਰਿਹਾ ਮੰਨਿਆ ਜਾਊਗਾ, ਔਰ ਦੋਹਾਂ ਫਿਰਕਿਆਂ ਦੇ ਵਿੱਚ ਨਫ਼ਰਤ ਫੈਲਾਉਣ ਦਾ ਕਾਰਨ ਵੀ ਉਹ ਮੰਨਿਆ ਜਾਊਗਾ। ਉਹ ਇਨਸਾਨ, ਉਹ ਧਿਰਾਂ, ਉਹ ਲੋਕ
ਭਾਵੇਂ ਛੋਟੇ ਅਹੁਦੇ ਦਾ ਹੋਵੇ ਭਾਵੇਂ ਵੱਡੇ ਅਹੁਦੇ ਦਾ ਹੋਵੇ, ਜਿਹੜਾ ਕਿਸੇ ਦੇ ਧਰਮ ਦੇ ਜਿਹੜੀਆਂ ਫਿਲਾਸਫੀ ਜਿਹੜੀ ਹੈਗੀ ਆ ਉਹਨੂੰ ਰਲ ਗੱਡ ਕਰਨ ਦੀ ਜੇ ਕੋਸ਼ਿਸ਼ ਕਰੂੰਗਾ ਤਾਂ ਦੂਜੀ ਕਮਿਊਨਿਟੀ ਨੇ ਬਰਦਾਸ਼ਤ ਨਹੀਂ ਕਰਨਾ ਹੈਗਾ। ਜਦੋਂ ਬਰਦਾਸ਼ਤ ਨਹੀਂ ਕਰਨਾ ਫਿਰ ਐਕਸ਼ਨ ਦਾ ਜਦੋਂ ਰਿਐਕਸ਼ਨ ਹੋਣਾ ਹੈਗਾ ਫਿਰ ਪ੍ਰਚਾਰ ਲਾਪਣਾ, ਲਓ ਜੀ ਇਹਨਾਂ ਨੇ ਇੱਦਾਂ ਕਰ ਦਿੱਤਾ। ਇਹ ਨਹੀਂ ਦੇਖਿਆ ਜਾਣਾ ਮੁੜ ਕੇ ਪਹਿਲ ਕਿਹਨੇ ਕੀਤੀ ਆ। ਸੋ ਆਪਾਂ ਉਮੀਦ ਕਰਦੇ ਹਾਂ ਕਿ ਆਪਾਂ ਜਾਗਦੇ ਰਵਾਂਗੇ, ਜਾਗਦੇ ਰਵਾਂਗੇ, ਜਾਗਦੇ ਰਵਾਂਗੇ। ਧੰਨਵਾਦ।